प्रधानमंत्री कहते ने मोदी है तो मुमकिन है भी, ये तो पिछे मुड़ता ही नहीं। मैनू पता सीगा भी जिद्दन टुटू एकदम तड़क टुटू, वही गल हुई, तड़क टुटिया। जिन्नी की चुंडी उन्हें भरी उन्नी की चुंडी असीं सरकार नूं भरदे सी। जिहड़े गालां कढदे सी ना, वो मैनू हुण अज लगदा भी गालां घिओ दीआं नालां सी। जिथे मोदी सानू गालां कढदा सी उत्थे नाल वो भी बुरा भला ही बोलदे सी, साडे ते चंगा तां कदे बोली नहीं। उन्होंने सीगा भी असीं उन्हां दी गालां सुन के शायद गुस्से च आके वायलेंट हो जाएंगे, वो नहीं होए। हुण उन्हां कोल कहण नूं की रह गया? कुत्ते भौंकदे हुंदे ने, हाथी तुरे जांदे हुंदे ने। फिर तो यही फार्मूला अपनाउणा। प्रधानमंत्री देश दा हुंदा है, देश की आबादी का वड्डा हिस्सा किसान है। किसानां तो इदां गुरेज करना गलबात लई चंगा नहीं। चिट्ठी का जवाब तो नहीं आया, पर मैनू लगता जिवें सरकार ने पहला बिना गलबात कीतियां ऐलान कर दिता, तो ये हुण बहुत छोटियां मंगां ने, इहदे ते भी कुछ ना कोई फैसला करनगे। 26 तारीख नूं अपना मोर्चे की सालगिरह मनावांगे और फिर 27 नूं मीटिंग करांगे। उदों तो जिन्नी की स्थिति स्पष्ट हुंदी है उहदे मुताबिक कोई अगला फैसला लवांगे। इन्होंने पहला पास किए सी ऑर्डीनेंस, तो कानून बनाया सी, एक दिन में सब कुछ करता सी। तो हुण भी कोई औखा नहीं एक दिन में कर सकते, एक दिन हो सकता कर सकते ने कि कितना बड़ा काम है। ये तो गलत चीज़ गलत होंदी है। ये कानून गलत बने, अधिकार खेत्र तो बाहर जाके सरकार ने बनाए। मैनू ये यकीन सी भी एक दिन ये वापस होणगे। असली जित उस दिन होनी है जित पार्लीमेंट में कानून जिहड़े ने रिपील हो गए। ਬਾਪੂ ਜੀ ਬਹੁਤ ਸਵਾਗਤ ਹੈ ਪ੍ਰਾਈਮ ਮਿਨਿਸਟਰ ਟੀਵੀ। ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ। ਕਿਵੇਂ ਦੇਖਦੇ ਹੋ ਜੀ ਅੱਜ ਕੈਬਨਿਟ ਦੀ ਮੀਟਿੰਗ ਦੇ ਵਿੱਚ ਜਿਵੇਂ ਉਮੀਦ ਸੀਗੀ ਮੋਹਰ ਲੱਗ ਚੁੱਕੀ ਹੈ ਜੀ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ? ਦੇਖੋ ਜੀ, ਅੰਦੋਲਨ ਜਿਹੜਾ ਸੀ ਪੰਜਾਬ ਤੋਂ ਸ਼ੁਰੂ ਹੋਇਆ ਸੀ ਤਿੰਨੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ। ਉਹ ਜਿੱਦਣ ਇਹ ਪਾਰਲੀਮੈਂਟ 'ਚ ਮੋਹਰ ਲੱਗ ਜਾਏਗੀ ਉਸ ਦਿਨ ਇਹ ਵੱਡੀ ਜਿੱਤ बन जाएगी, मोर्चा उस दिन फतेह हो जाएगा। और ये नाल कुछ होर बहुत अहम मंगां जुड़ियां ने जिन्हां बारे प्रधानमंत्री ने MSP ते कमेटी बनाउण दा फैसला कीता है, पर उहदा हाले सानूं ये नहीं पता लग्या भी वो कमेटी दे विच की उहदी फॉर्मेशन होगी, की उहदा टर्म्स ऑफ रैफरेंस होणगीਆਂ। ये गल्लां हाले सानूं जाणनियां बाकी ने। ये तो बिना जिहड़े शहीद होए ने किसान, उन्हां लई सरकार हाले कुछ नहीं बोली। ये हाले सरकार ने ये भी नहीं दस्सिया बई जिहड़ा किसानां दे उत्ते कोई 50,000 किसानां दे उत्ते केस बने हुए ने अलग अलग सूबिਆਂ ਵਿੱਚ, ते उन्हां केसां दा की करना है। ਇਹੋ ਜਿਹੀਆਂ ਗੱਲਾਂ ਹਾਲੇ ਪੈਂਡਿੰਗ ਨੇ। ਜਦੋਂ ਤੱਕ ਇਹ ਸਾਰੀਆਂ ਸਾਫ਼ ਨਹੀਂ ਹੋ ਜਾਂਦੀਆਂ ਉਦੋਂ ਤੱਕ ਹਾਲੇ ਕੁਛ ਨਹੀਂ ਕਿਹਾ ਜਾ ਸਕਦਾ। ਅਸੀਂ 26 ਤਾਰੀਖ ਨੂੰ ਆਪਣਾ ਮੋਰਚੇ ਦੀ ਸਾਲਗਿਰਹ ਮਨਾਵਾਂਗੇ ਔਰ ਫਿਰ 27 ਨੂੰ ਮੀਟਿੰਗ ਕਰਾਂਗੇ। ਉਦੋਂ ਤੋਂ ਜਿੰਨੀ ਕੁ ਸਥਿਤੀ ਸਪਸ਼ਟ ਹੁੰਦੀ ਹੈ ਉਹਦੇ ਮੁਤਾਬਕ ਕੋਈ ਅਗਲਾ ਫੈਸਲਾ ਲਵਾਂਗੇ ਜੀ। ਤਾਂ ਤੁਹਾਨੂੰ ਲੱਗਦਾ ਉਮੀਦ ਹੈਗੀ ਹੈ ਕਿ ਜਿਵੇਂ ਇੱਕ ਕਦਮ ਹੋਰ ਅੱਗੇ ਸਰਕਾਰ ਨੇ ਵਧਾ ਲਿਆ ਅਤੇ ਹੁਣ ਜਲਦੀ ਹੀ, ਕਿਉਂਕਿ ਬਹਿਸ ਵੀ ਇੰਨੀ ਨਹੀਂ ਹੋਣੀ, ਛੇਤੀ ਕੋਈ ਹੀ ਜਿਹੜਾ ਸੰਵਿਧਾਨਕ ਪ੍ਰਕਿਰਿਆ ਵੀ ਲੋਕ ਸਭਾ ਦੇ ਵਿੱਚ ਪਾਸ ਕਰ ਲਈ ਜਾਊਗੀ? ਹਾਂ, ਲੱਗਦਾ ਹੁਣ ਕੁਝ ਸਥਿਤੀ ਸਾਫ਼ ਹੁੰਦੀ ਜਾਂਦੀ ਹੈ। ਲੱਗਦਾ ਵੀ ਹੁਣ ਇਹ ਪਾਰਲੀਮੈਂਟ ਵਿੱਚ ਵੀ ਪਾਸ ਹੋ ਜਾਏਗਾ, ਪਰ ਜਿਵੇਂ ਅਸੀਂ ਫੈਸਲਾ ਕੀਤਾ ਜਦ ਤੱਕ ਪਾਰਲੀਮੈਂਟ 'ਚ ਪਾਸ ਨਹੀਂ ਹੁੰਦਾ ਉਦੋਂ ਤੱਕ ਅਸੀਂ ਬੈਠੇ ਰਹਿਣਾ ਇੱਥੇ ਜੀ। ਤਾਂ ਬਾਪੂ ਜੀ, ਜੇ ਪਾਰਲੀਮੈਂਟ ਦੇ ਵਿੱਚ ਵੀ ਪਾਸ ਹੋ ਗਿਆ ਤਾਂ ਫਿਰ MSP ਨੂੰ ਲੈ ਕੇ ਤੁਹਾਡਾ ਕੀ ਸਟੈਂਡ ਹੈ? MSP ਨੂੰ ਤੁਸੀਂ ਕਿਸ ਤਰ੍ਹਾਂ ਦੀ ਕਮੇਟੀ ਚਾਹੁੰਦੇ ਹੋ? ਕਿਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਕਿ ਫੈਸਲਾ ਸਰਕਾਰ ਨੂੰ MSP 'ਤੇ ਕਰਨਾ ਚਾਹੀਦਾ? ਦੇਖੋ, MSP 'ਤੇ ਸਾਡਾ ਬੜਾ ਸਪਸ਼ਟ ਸਟੈਂਡ ਹੈ। ਅਸੀਂ ਕਹਿ ਚੁੱਕੇ ਹਾਂ ਸਰਕਾਰ ਨੂੰ 11 ਮੀਟਿੰਗਾਂ ਦੇ ਵਿੱਚ ਵੀ ਭਈ ਕਿਸਾਨਾਂ ਨੂੰ ਗਰੰਟੀ ਹੋਣੀ ਚਾਹੀਦੀ ਹੈ ਉਹਨਾਂ ਦੀ ਫਸਲ ਜਿਹੜੀ ਹੈ MSP ਤੋਂ ਘੱਟ ਨਾ ਵਿਕੇ, ਚਾਹੇ ਵਪਾਰੀ ਖਰੀਦੇ ਚਾਹੇ ਸਰਕਾਰ ਖਰੀਦੇ। ਜਿਹੜਾ ਸਮਰਥਨ ਮੁੱਲ ਹੈ MSP ਹੈ ਇਹ ਤੋਂ ਘੱਟ ਜੇ ਕੋਈ ਖਰੀਦਦਾ ਹੈ ਤਾਂ ਉਹਨੂੰ ਅਫੈਂਸ ਮੰਨਿਆ ਜਾਏ ਔਰ ਉਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਇਹ ਬਹੁਤ ਅਹਿਮ ਮੁੱਦਾ ਹੈ। ਇਹਦਾ ਹਾਲੇ ਸਾਨੂੰ ਉਹਨਾਂ ਨੇ ਕਿਹਾ ਵੀ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ ਪ੍ਰਧਾਨ ਮੰਤਰੀ ਨੇ। ਇਹ ਨਹੀਂ ਪਤਾ
ਵੀ ਉਹ ਕਿੰਨੇ ਮੈਂਬਰ ਸਾਡੇ ਲੈਣੇ, ਕਿੰਨੇ ਸਰਕਾਰ ਦੇ ਲੈਣੇ, ਕੀ ਉਹਦਾ ਅਧਿਕਾਰ ਖੇਤਰ ਹੋਊਗਾ, ਕੀ ਉਹ ਜਿਹੜੀ ਕਮੇਟੀ ਦਾ ਕਿੰਨੀ ਦੇਰ 'ਚ ਕੰਮ ਕਰਕੇ ਕਾਨੂੰਨ ਜਿਹੜਾ ਉਹ ਵਾਪਸ ਪਾਰਲੀਮੈਂਟ 'ਚ ਲਿਆਂਦਾ ਜਾਊਗਾ। ਇਹ ਸਾਰੀਆਂ ਗੱਲਾਂ ਹਾਲੇ ਸਪਸ਼ਟ ਹੋਣ ਵਾਲੀਆਂ ਨੇ ਜੀ। ਤਾਂ ਬਾਪੂ ਜੀ, ਤੁਹਾਨੂੰ ਉਮੀਦ ਹੈਗੀ ਆ ਕਿ ਜਿਸ ਤਰ੍ਹਾਂ ਇੱਕ ਵੱਡਾ ਫੈਸਲਾ ਸਰਕਾਰ ਨੇ ਲਿਆ ਤੇ ਜਿਹੜੀਆਂ ਤੁਸੀਂ ਮੰਗਾਂ ਰੱਖੀਆਂ, ਜਿਹੜੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇੱਕ ਲੈਟਰ ਵੀ ਲਿਖਿਆ ਹੈਗਾ, ਕੋਈ ਉਹਦਾ ਲੈਟਰ ਦਾ ਜਵਾਬ ਆਇਆ, ਚਿੱਠੀ ਦਾ ਜਵਾਬ ਆਇਆ, ਜਾਂ ਤੁਹਾਨੂੰ ਲੱਗਦਾ ਕਿ ਉਹ ਮਸਲੇ 'ਤੇ ਵੀ ਸਰਕਾਰ ਹਾਲੇ ਨਹੀਂ ਰਾਜੀ ਹੋਈ? ਨਹੀਂ, ਹਾਲੇ ਵੀ ਕੋਈ ਚਿੱਠੀ ਦਾ ਜਵਾਬ ਤਾਂ ਨਹੀਂ ਆਇਆ, ਪਰ ਮੈਨੂੰ ਲੱਗਦਾ ਜਿਵੇਂ ਸਰਕਾਰ ਨੇ ਪਹਿਲਾਂ ਬਿਨਾਂ ਗੱਲਬਾਤ ਕੀਤਿਆਂ ਐਲਾਨ ਕਰ ਦਿੱਤਾ, ਤੇ ਇਹ ਹੁਣ ਬਹੁਤ ਛੋਟੀਆਂ ਮੰਗਾਂ ਨੇ, ਇਹਦੇ 'ਤੇ ਵੀ ਕੁਛ ਨਾ ਕੋਈ ਫੈਸਲਾ ਕਰਨਗੇ ਹੀ। ਕੀ ਲੱਗਦਾ ਜੀ, ਪ੍ਰਧਾਨ ਮੰਤਰੀ ਸਾਹਿਬ ਕਿਉਂ ਨਹੀਂ ਮੀਟਿੰਗ ਸੱਦ ਰਹੇ, ਕਿਉਂ ਨਹੀਂ ਤੁਹਾਡੇ ਨਾਲ ਗੱਲਬਾਤ ਟੇਬਲ ਤੇ ਬਹਿ ਕੇ ਕਰ ਰਹੇ? ਅਕਸਰ ਨੂੰ ਐਡਾ ਵੱਡਾ ਫੈਸਲਾ ਉਹਨਾਂ ਨੇ ਕਰਿਆ, ਤੁਹਾਡੇ ਨੂੰ ਸੱਦ ਕਿਉਂ ਨਹੀਂ ਰਹੇ, ਮੀਟਿੰਗ ਕਿਉਂ ਨਹੀਂ ਸੱਦ ਰਹੇ? ਇਹ ਪ੍ਰਧਾਨ ਮੰਤਰੀ ਨੂੰ ਪਤਾ ਹੋਣਾ, ਅਸੀਂ ਤਾਂ ਜਦੋਂ ਬੁਲਾਉਣਗੇ ਤਿਆਰ ਹਾਂ ਜਾਣ ਲਈ। ਮੈਨੂੰ ਲੱਗਦਾ ਕਿ ਇੱਕ ਸਾਰਥਕ ਤੌਰ 'ਤੇ ਗੱਲਬਾਤ ਹੋਣੀ ਚਾਹੀਦੀ ਹੈਗੀ ਮੀਟਿੰਗ ਦੇ ਵਿੱਚ। ਸਾਰੀਆਂ ਮੰਗਾਂ ਤੁਸੀਂ ਫੇਸ ਟੂ ਫੇਸ ਕਰਨੀਆਂ ਚਾਹੁੰਦੇ ਹੋ, ਜਿਹੜੀਆਂ ਗੱਲਾਂ ਕਹਿਣੀਆਂ ਚਾਹੁੰਦੇ ਹੋ, ਹੋਰ ਵੀ ਬਹੁਤ ਸਾਰੇ ਮੁੱਦੇ ਆ ਕਿਸਾਨੀ ਦੇ, ਇੱਦਾਂ ਹੋਣੀ ਚਾਹੀਦੀ ਹੈ ਇੱਕ ਮੀਟਿੰਗ? ਹੋਣੀ ਚਾਹੀਦੀ ਹੈ। ਦੇਖੋ, ਪ੍ਰਧਾਨ ਮੰਤਰੀ ਦੇਸ਼ ਦਾ ਹੁੰਦਾ ਹੈ, ਦੇਸ਼ ਦੀ ਆਬਾਦੀ ਦਾ ਵੱਡਾ ਹਿੱਸਾ ਕਿਸਾਨ ਹੈ। ਕਿਸਾਨਾਂ ਤੋਂ ਇੱਦਾਂ ਗੁਰੇਜ਼ ਕਰਨਾ ਗੱਲਬਾਤ ਲਈ ਇਹ ਚੰਗਾ ਨਹੀਂ। ਤੋ ਮੈਂ ਸਮਝਦਾ ਪ੍ਰਧਾਨ ਮੰਤਰੀ ਜਾਣਦੇ ਨੇ ਕੀ ਵਜ੍ਹਾ ਉਹਨਾਂ ਦੀ, ਇਹ ਚੰਗਾ ਨਹੀਂ ਵੀ ਕਿਸਾਨਾਂ ਤੋਂ ਅੱਖ ਚਰਾਈ ਜਾਏ। ਉਹਨੂੰ ਚਾਹੀਦਾ ਬਿਠਾ ਕੇ ਗੱਲਬਾਤ ਸੁਣੇ ਕਿਸਾਨਾਂ ਦੀ। ਅਸੀਂ ਕੋਈ ਉਹਦੇ ਪੋਲੀਟੀਕਲ ਓਪੋਨੈਂਟ ਤਾਂ ਹਾਂ ਨਹੀਂ। ਤੁਸੀਂ ਆਪਣੇ ਤੌਰ 'ਤੇ ਕੋਈ ਐਫਰਟ ਕਰੋਗੇ ਮੀਟਿੰਗ ਹੋਣ ਦੀ, ਕਿ ਤੁਹਾਨੂੰ ਲੱਗਦਾ ਕਿ ਜੇ ਸਰਕਾਰ ਸੱਦਾ ਦੇਊਗੀ ਫਿਰ ਹੀ ਤੁਸੀਂ ਜਾਓਗੇ? ਨਹੀਂ, ਅਸੀਂ ਚਿੱਠੀ ਲਿਖ ਦਿੱਤੀ, ਹੁਣ ਹੋਰ ਕੀ ਕਰਨਾ ਸੀ ਜੀ। ਤਾਂ ਰਾਜੇਵਾਲ ਸਾਹਿਬ ਜੀ, ਕਿੱਦਾਂ ਦੇਖਦੇ ਹੋ ਜੀ, ਤੁਸੀਂ ਲੰਬਾ ਸਮਾਂ ਇਸ ਸੰਘਰਸ਼ ਦੇ ਵਿੱਚ ਰਹੇ ਹੋ, ਤੁਹਾਡੇ 'ਤੇ ਇੱਕ ਵੱਡੀ ਜ਼ਿੰਮੇਵਾਰੀ ਸੀ, ਤੁਸੀਂ ਵੱਡੇ ਆਗੂ ਸੀ। ਜਦੋਂ ਸ਼ੁਰੂ ਹੋਇਆ ਸੀ ਇਹ ਸੰਘਰਸ਼, ਤਾਂ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਸਵਾਲ ਸੀ ਕਿ ਜਿਹੜੀ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ ਜਿਹੜੇ ਪਾਸ ਹੋ ਗਏ ਕਾਨੂੰਨ, ਵੀ ਸ਼ਾਇਦ ਉਹ ਤਿੰਨੇ ਨਾ ਰਿਪੀਲ ਹੋਣ। ਵੀ ਉਦੋਂ ਤੁਹਾਨੂੰ ਕਿੰਨੀ ਕੁ ਉਮੀਦ ਸੀ, ਤੇ ਉਦੋਂ ਬਾਅਦ ਜਿਹੜਾ ਸਾਰਾ ਕੁਛ ਸੰਘਰਸ਼ ਦੇਖਿਆ, 1 ਸਾਲ ਚੱਲਿਆ, ਤਾਂ ਕਿੱਦਾਂ ਦਾ ਰਿਹਾ ਸਰ? ਦੇਖੋ, ਮੈਨੂੰ ਤਾਂ ਪਹਿਲੇ ਦਿਨ ਤੋਂ ਹੀ ਉਮੀਦ ਸੀ ਗਲਤ ਚੀਜ਼ ਗਲਤ ਹੁੰਦੀ ਹੈ। ਇਹ ਕਾਨੂੰਨ ਗਲਤ ਬਣੇ, ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਸਰਕਾਰ ਨੇ ਬਣਾਏ। ਮੈਨੂੰ ਇਹ ਯਕੀਨ ਸੀ ਵੀ ਇੱਕ ਦਿਨ ਇਹ ਵਾਪਸ ਹੋਣਗੇ, ਪਰ ਇਹ ਹੈ, ਮੈਂ ਧੰਨਵਾਦ ਕਰਦਾ ਕਿਸਾਨਾਂ ਦਾ, ਲੋਕਾਂ ਦਾ, ਜਿਨ੍ਹਾਂ ਨੇ ਇੰਨੇ ਠਰਮੇ ਨਾਲ ਸਾਥ ਦਿੱਤਾ, ਸ਼ਾਂਤਮਈ ਰਹਿ ਕੇ ਸਾਥ ਦਿੱਤਾ, ਮੋਰਚੇ ਨੂੰ ਸਿਰੇ ਲਾਇਆ। ਔਰ ਮੈਂ ਹੁਣ ਵੀ ਅਪੀਲ ਕਰਾਂਗਾ ਵੀ ਹਾਲੇ ਵੀ ਠਰਮੇ ਤੋਂ ਕੰਮ ਲਓ। ਬਹੁਤ ਸਾਰੀਆਂ ਫੋਰਸਿਸ ਜਿਨ੍ਹਾਂ ਨੇ ਵਿਚਾਲੇ ਕਈ ਵਾਰੀ ਮੋਰਚੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਉਹ ਹੁਣ ਫੇਰ ਸਰਗਰਮ ਨੇ। ਉਹ ਨਹੀਂ ਚਾਹੁੰਦੇ ਵੀ ਕਿਸਾਨ ਹੈ ਜਿਹੜੀ ਜਿੱਤ ਹੋਈ ਹੈ, ਜਿੱਤ ਦੀ ਖੁਸ਼ੀ ਮਨਾ ਕੇ ਉਹ ਘਰਾਂ ਨੂੰ ਖੁਸ਼ੀ ਜਾਣ। ਉਹ ਅੱਜ ਵੀ ਰੇੜ ਕੇ ਪਾਉਣਾ ਚਾਹੁੰਦੇ ਨੇ। ਫਿਰ ਉਹਨਾਂ ਨੂੰ ਹੁਣ ਵੀ ਠਰਮੇ ਤੋਂ ਕੰਮ ਲੈਣਾ ਚਾਹੀਦਾ। ਜਦੋਂ ਫੈਸਲਾ ਪੂਰਾ ਹੋ ਜਾਏਗਾ ਸਾਰੀਆਂ ਮੰਗਾਂ ਦਾ, MSP ਦਾ ਵੀ ਫੈਸਲਾ ਹੋ ਜਾਏਗਾ, ਜਿਹੜੇ ਸ਼ਹੀਦਾਂ ਦੀ ਨੂੰ ਕੀ ਦੇਣਾ ਸਰਕਾਰ ਨੇ ਉਹਦਾ ਫੈਸਲਾ ਹੋ ਜਾਏਗਾ, ਅਤੇ ਜਿਹੜਾ ਹੈਗਾ ਬਾਕੀ ਦੀਆਂ ਰਹਿੰਦੀਆਂ ਮੰਗਾਂ ਨੇ ਉਹਨਾਂ 'ਤੇ ਸਰਕਾਰ ਜਦੋਂ ਆਪਣਾ ਫੈਸਲਾ ਦੇ ਦੇਗੀ, ਉਹ ਤੋਂ ਬਾਅਦ ਫੈਸਲਾ ਕਰਾਂਗੇ। ਔਰ ਉਦੋਂ ਤੱਕ ਸਾਰਿਆਂ ਨੂੰ ਜੋਸ਼ 'ਚ ਨਹੀਂ ਆਉਣਾ ਚਾਹੀਦਾ, ਹੋਸ਼ ਕਾਇਮ ਰੱਖਣੇ ਚਾਹੀਦੇ ਆ। ਤੁਹਾਨੂੰ ਕੀ ਲੱਗਦਾ ਜੀ, ਕਿੰਨੇ ਦਿਨਾਂ ਦਾ ਪ੍ਰੋਸੈਸ ਹੋ ਸਕਦਾ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਜਿਹੜਾ ਮਤਲਬ ਪਾਸ ਹੋਣਾ, ਸੰਵਿਧਾਨਕ ਪ੍ਰਕਿਰਿਆ ਕਿੰਨੇ ਦਿਨਾਂ ਦੀ ਹੋ ਸਕਦੀ ਹੈ? ਵੱਧ ਤੋਂ ਵੱਧ ਕਿੰਨੇ ਦਿਨ ਹੋਰ ਲੱਗ ਸਕਦੇ ਨੇ ਜਦੋਂ ਅਜਲਾਸ ਸ਼ੁਰੂ ਹੋ ਗਿਆ? ਦੇਖੋ, ਜਿੱਦਣ ਇਹਨਾਂ ਨੇ ਪਹਿਲਾਂ ਪਾਸ ਕੀਤੇ ਸੀ ਆਰਡੀਨੈਂਸ ਤੋਂ ਕਾਨੂੰਨ ਬਣਾਇਆ ਸੀ, ਇੱਕ ਦਿਨ ਵਿੱਚ ਇਹ ਸਭ ਕੁਝ ਕਰਤਾ ਸੀ, ਤੇ ਹੁਣ ਵੀ ਕੋਈ ਔਖਾ ਨਹੀਂ ਇੱਕ ਦਿਨ ਵਿੱਚ ਇਹ ਕਰ ਸਕਦੇ। ਇੱਕ ਦਿਨ 'ਚ ਹੋ ਸਕਦਾ ਜੀ? ਕਰ ਸਕਦੇ ਨੇ। ਕਿੰਨਾ ਬੜਾ ਕੰਮ ਹੈ ਇਹ। ਤਾਂ ਜਿਹੜਾ ਰਿਪੀਲ ਬਿੱਲ ਪੇਸ਼ ਹੋਣਾ ਹੈ, ਕਿਸੇ ਨੇ ਇਹਦਾ ਵਿਰੋਧ ਨਹੀਂ ਕਰਨਾ, ਨਾ ਆਪੋਜੀਸ਼ਨ ਵਿਰੋਧ ਕਰੇ, ਨਾ ਸਰਕਾਰ ਵਿਰੋਧ ਕਰੇ, ਇਹਨੇ ਪਾਸ ਹੋ ਜਾਣਾ। ਰਾਜ ਸਭਾ 'ਚ ਉਸੇ ਦਿਨ ਜਾ ਕੇ ਉੱਥੇ ਵੀ ਪਾਸ ਹੋ ਸਕਦਾ ਹੈ। ਤਾਂ ਇਹ ਤਾਂ ਇੱਕ ਦਿਨ ਦਾ ਪ੍ਰੋਸੈਸ ਹੈ, ਕੋਈ ਬਹੁਤ ਲੰਬਾ ਪ੍ਰੋਸੈਸ ਨਹੀਂ। ਅਤੇ ਜਦੋਂ ਸੰਵਿਧਾਨਕ ਪ੍ਰਕਿਰਿਆ ਪੂਰੀ ਹੋ ਗਈ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ, ਫਿਰ ਕਦੋਂ ਤੁਸੀਂ ਵਾਪਸ ਫਿਰ ਜਾ ਰਹੇ ਹੋ? ਅਸਲੀ ਜਿੱਤ ਉਸ ਦਿਨ ਹੋਣੀ ਹੈ ਜਿੱਦਣ ਪਾਰਲੀਮੈਂਟ ਵਿੱਚ ਕਾਨੂੰਨ ਜਿਹੜੇ ਨੇ ਉਹ ਰਿਪੀਲ ਹੋ ਗਏ। ਅਤੇ ਵਾਪਸ ਜਾਣ ਦਾ ਫੈਸਲਾ ਅਸੀਂ ਹਾਲੇ 27 ਤਾਰੀਖ ਨੂੰ ਦੇਖਾਂਗੇ। 29 ਦਾ ਪ੍ਰੋਗਰਾਮ ਜਿਹੜਾ ਉਹਦਾ ਕੀ ਕਰਨਾ, ਉਹਦਾ ਫਿਰ ਫੈਸਲਾ ਹੋਊਗਾ। 29 ਨੂੰ ਜਾਣ ਦਾ ਪ੍ਰੋਗਰਾਮ ਸੀਗਾ, ਉਹ 27 ਦੀ ਮੀਟਿੰਗ ਦੇ ਵਿੱਚ ਹੋਊਗਾ। 27 ਦੀ ਮੀਟਿੰਗ 'ਚ ਹੋਊਗਾ ਫੈਸਲਾ। ਤਾਂ ਪੰਜਾਬ ਦੀ BJP ਦੀ ਲੀਡਰਸ਼ਿਪ ਕਹਿ ਰਹੀ ਹੈ ਕਿ ਬਹੁਤ ਸੋਹਣਾ ਚੰਗਾ ਕੰਮ ਕਰ ਦਿੱਤਾ, ਹੁਣ ਉਹ ਥੋੜ੍ਹੇ ਜਿਹੇ ਪੱਬਾਂ ਭਾਰ ਹੋਏ ਆ। ਕੀ ਲੱਗਦਾ ਤੁਹਾਨੂੰ? ਹਾਂ, ਥੱਕ ਕੇ ਗਾਲਾਂ ਕੱਢ ਕੇ ਉਹਨਾਂ ਨੂੰ ਸੀਗਾ ਵੀ ਅਸੀਂ ਉਹਨਾਂ ਦੀ ਗਾਲਾਂ ਸੁਣ ਕੇ ਸ਼ਾਇਦ ਗੁੱਸੇ 'ਚ ਆ ਕੇ ਵਾਇਲੈਂਟ ਹੋ ਜਾਵਾਂਗੇ। ਉਹ ਨਹੀਂ ਹੋਏ। ਹੁਣ ਉਹਨਾਂ ਕੋਲ ਕਹਿਣ ਨੂੰ ਕੀ ਰਹਿ ਗਿਆ? ਉਹ ਤਾਂ ਕਹਿੰਦੇ ਸੀ ਕਿਸੇ ਕੀਮਤ 'ਤੇ ਵਾਪਸ ਹੋਣੇ ਹੀ ਨਹੀਂ।
ਉਹ ਤਾਂ ਜਿੱਥੇ ਮੋਦੀ ਸਾਨੂੰ ਗਾਲਾਂ ਕੱਢਦਾ ਸੀ ਉੱਥੇ ਨਾਲ ਉਹ ਵੀ ਬੁਰਾ ਭਲਾ ਹੀ ਬੋਲਦੇ ਸੀ। ਸਾਡੇ ਲਈ ਚੰਗਾ ਤਾਂ ਕਦੇ ਬੋਲੇ ਹੀ ਨਹੀਂ। ਉਹਨਾਂ ਨੂੰ ਕਿਸਾਨ ਤਾਂ ਬੁਰੇ ਲੱਗਦੇ ਹੀ ਨਹੀਂ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ। ਤਾਂ ਫਿਰ ਉਹਨਾਂ ਦਾ ਅਸੀਂ ਵੀ ਨੋਟਿਸ ਨਹੀਂ ਲੈਂਦੇ, ਅਸੀਂ ਬਹੁਤੀ ਪਰਵਾਹ ਨਹੀਂ ਕਰਦੇ ਕੀ ਉਹ ਕਹਿੰਦੇ ਨੇ ਕੀ ਨਹੀਂ। ਸਾਡੇ ਲਈ ਉਹ ਬੇਮਾਨੇ ਹੈ। ਰਾਜੇਵਾਲ ਸਾਹਿਬ, ਪੰਜਾਬ ਦੇ ਵਿੱਚ ਲਗਭਗ 150 ਥਾਵਾਂ 'ਤੇ ਜਿਹੜੇ ਧਰਨੇ ਲੱਗੇ ਹੋਏ ਨੇ, ਮੌਲਾਂ 'ਤੇ ਲੱਗੇ ਹੋਏ ਨੇ, ਪੈਟਰੋਲ ਪੰਪਾਂ 'ਤੇ ਜਿਹੜੇ ਅਵਾਨੀਆਂ ਡਾਨੀਆਂ 'ਤੇ ਤੁਸੀਂ ਘੇਰੇ ਸੀਗੇ, ਅਤੇ ਉਸ ਤੋਂ ਇਲਾਵਾ ਵੱਡੇ ਜਿਹੜੇ ਧਰਨੇ ਲੱਗੇ ਹੋਏ ਨੇ ਉਹ ਟੋਲ ਪਲਾਜ਼ਿਆਂ 'ਤੇ ਲੱਗੇ ਹੋਏ ਨੇ, ਤਾਂ ਉਹ ਵੀ ਹੁਣ ਹਟੇ ਜਾਣਗੇ ਫਿਰ ਜਦੋਂ ਸਾਰਾ ਤੁਹਾਡੇ ਇੱਥੋਂ ਵਾਲਾ ਪ੍ਰੋਸੈਸ ਪੂਰਾ ਹੋ ਗਿਆ? ਜਦੋਂ ਸਾਰਾ ਮੋਰਚਾ ਹੀ ਫਤਿਹ ਹੋ ਗਿਆ ਫਿਰ ਤਾਂ ਸਭ ਕੁਝ ਫਤਿਹ ਹੋ ਗਿਆ ਨਾ। ਫਿਰ ਤਾਂ ਵਾਪਸ ਹੋ ਹੀ ਜਾਊ। ਹਾਲੇ ਦੇਖਦੇ ਕੀ ਹੁੰਦਾ। ਤੇ ਬਹੁਤ ਸਾਰੇ ਲੋਕਾਂ ਨੇ ਜਿਹੜੇ ਟੋਲ ਤੋਂ ਫ੍ਰੀ ਲੰਘਦੇ ਸੀ, ਫਿਰ ਹੁਣ ਟੋਲ ਦੇਣਾ ਪਿਆ ਕਰੂ। ਇਹ ਤਾਂ ਹੁਣ ਦੇਣਾ ਹੀ ਪਿਆ ਕਰੂ। ਜਦੋਂ ਦੇਖੋ ਸਾਡਾ ਕੋਈ ਇਹ ਨਹੀਂ ਵੀ ਪਰਮਾਨੈਂਟ ਅਸੀਂ ਟੋਲ ਤਾਂ ਮੋਰਚਾ ਨਹੀਂ ਸੀ ਲਾਇਆ। ਇਹ ਤਾਂ ਸਰਕਾਰ ਨੂੰ ਜਿੰਨੀ ਕੁ ਚੁੰਡੀ ਉਹਨੇ ਭਰੀ ਉਨੀ ਕੁ ਚੁੰਡੀ ਅਸੀਂ ਸਰਕਾਰ ਨੂੰ ਭਰਦੇ ਸੀ। ਇਹ ਤਾਂ ਇੱਕ ਸਟੈਪ ਸੀ। ਤੋ ਇਹ ਜਦੋਂ ਮੋਰਚਾ ਫਤਿਹ ਹੋ ਜਾਏਗਾ ਫਿਰ ਉੱਥੇ ਬੈਠਣਾ ਕੋਈ ਸਾਡਾ ਨਿਸ਼ਾਨਾ ਨਹੀਂ। ਰਾਜੇਵਾਲ ਜੀ, ਬਹੁਤ ਵੱਡੀ ਲੜਾਈ ਤੁਸੀਂ ਲੜੀ ਹੈਗੀ ਆ। ਸੰਯੁਕਤ ਕਿਸਾਨ ਮੋਰਚਾ ਵੀ ਬਣਿਆ ਇਸ 'ਤੇ, ਲੋਕਾਂ ਦਾ ਵੱਡਾ ਸਹਿਯੋਗ ਰਿਹਾ, ਬੜੀ ਲੰਬੀ ਲੜਾਈ। ਜਿਹੜਾ ਕਹਿੰਦੇ ਸੀਗੇ ਕਿ ਸ਼ਾਇਦ ਇਹ ਮਸਲਾ ਨਹੀਂ ਹੱਲ ਹੋਣਾ ਕਿਉਂਕਿ ਸੈਂਟਰ ਸਰਕਾਰ ਦੇ ਨਾਲ ਮੱਥਾ ਲੱਗਿਆ ਹੋਇਆ ਸੀ। ਐਡੀ ਵੱਡੀ ਜਿੱਤ ਮਿਲੀ ਆ, ਇੱਕ ਐਨਰਜੀ ਵੀ ਮਿਲੀ ਹੋਈ, ਪੋਜ਼ੀਟਿਵਿਟੀ ਮਿਲੀ ਹੋਊ। ਅਤੇ ਹੁਣ ਪੰਜਾਬ ਦੇ ਜਿਹੜੇ ਬਹੁਤ ਸਾਰੇ ਮਸਲੇ ਨੇ, ਕਿਉਂਕਿ ਪੰਜਾਬ ਦੇ ਮਸਲੇ ਤਾਂ ਜਿਉਂ ਦੇ ਤਿਉਂ ਹੀ ਪਏ ਨੇ, ਤਾਂ ਤੁਹਾਨੂੰ ਉਮੀਦ ਹੈ, ਲੱਗਦਾ ਹੈ ਕਿ ਤੁਸੀਂ ਹੁਣ ਪੰਜਾਬ ਦੇ ਵਿੱਚ ਵੀ ਜਿਵੇਂ ਲੀਡਰਸ਼ਿਪ ਇੱਥੇ 32 ਕਿਸਾਨ ਜਥੇਬੰਦੀਆਂ ਇਕੱਠੀਆਂ ਰਹੀਆਂ, ਪੰਜਾਬ ਦੇ ਮਸਲਿਆਂ 'ਤੇ ਵੀ ਤੁਸੀਂ ਇਸੇ ਤਰ੍ਹਾਂ ਹੀ ਇਕੱਠੇ ਹੋ ਕੇ ਜਸ਼ਨ ਲੜ ਕੇ ਪੰਜਾਬ ਦੇ ਮਸਲੇ ਵੀ ਹੱਲ ਕਰੋਗੇ? ਇੱਥੋਂ ਪਹਿਲਾਂ ਮੋਰਚਾ ਜਿੱਤਣ ਦਿਓ, ਉਹਦੇ ਬਾਅਦ ਉੱਥੇ ਵੀ ਕੁਝ ਕਰਾਂਗੇ ਜੀ। ਬਾਬਾ ਜੀ, ਜੇਕਰ ਗੱਲ ਕਰੀਏ ਪੂਰੇ 1 ਸਾਲ ਦੀ, ਬਹੁਤ ਸਾਰੀਆਂ ਯਾਦਾਂ, ਬਹੁਤ ਸਾਰੇ ਉਤਰਾਅ ਚੜ੍ਹਾਅ ਮੋਰਚੇ ਨੇ ਦੇਖੇ ਨੇ। ਜੇ ਮੈਂ ਗੱਲ ਕਰਾਂ ਤਾਂ ਬੜਾ ਨਾਜ਼ੁਕ ਸਮਾਂ ਵੀ ਜਿਹੜਾ ਆਇਆ, ਉਦੋਂ ਫਿਰ ਤੁਸੀਂ ਕਿੱਦਾਂ ਇਸ ਮੋਰਚੇ ਦੀ ਅਗਵਾਈ ਤੁਸੀਂ ਕਰ ਰਹੇ ਸੀ? ਉਸ ਵਕਤ ਕਿੰਨਾ ਕੁ ਔਖਾ ਲੱਗਿਆ ਅਗਵਾਈ ਕਰਨੀ, ਜਦੋਂ ਮਾੜਾ ਸਮਾਂ ਵੀ ਮੋਰਚੇ ਦੇ ਵਿੱਚ ਆਇਆ, ਤਾਂ ਉਦੋਂ ਫਿਰ ਕਿਵੇਂ ਤੁਸੀਂ ਸਰਵਾਈਵ ਕਰਿਆ? ਜਿਹੜੇ ਗਾਲਾਂ ਕੱਢਦੇ ਸੀ ਨਾ, ਉਹ ਮੈਨੂੰ ਹੁਣ ਅੱਜ ਲੱਗਦਾ ਵੀ ਗਾਲਾਂ ਘਿਓ ਦੀਆਂ ਨਾਲਾਂ ਸੀ। ਤਾਂ ਇਸ ਕਰਕੇ ਹੁਣ ਤਾਂ ਕੋਈ ਗਿਲਾ ਸ਼ਿਕਵਾ ਨਹੀਂ, ਕੁਛ ਗਿਲਾ ਸ਼ਿਕਵਾ ਨਹੀਂ ਕਿਸੇ 'ਤੇ। ਸਭ ਦਾ ਧੰਨਵਾਦ। ਜਿਹਨੇ ਗਾਲਾਂ ਕੱਢੀਆਂ ਉਹਦਾ ਵੀ ਧੰਨਵਾਦ, ਜਿਹਨੇ ਸਾਥ ਦਿੱਤਾ ਉਹਦਾ ਤਾਂ ਹੈ ਹੀ ਧੰਨਵਾਦ। ਜਿਹੜੇ ਲਗਾਤਾਰ ਤਸੀਹੇ ਸੀ ਚੱਲਦੇ ਰਹੇ, ਠੰਡ ਦੇ, ਗਰਮੀ ਦੇ, ਬਰਸਾਤ ਦੇ, ਜਿਨ੍ਹਾਂ ਨੇ ਤਸੀਹੇ, ਉਹਨਾਂ ਦੀ ਧੰਨਵਾਦ ਕਰਨ ਵਾਸਤੇ ਮੇਰੇ ਕੋਲ ਸ਼ਬਦ ਨਹੀਂ। ਮੈਂ ਤਹਿ ਦਿਲੋਂ ਸਾਰੀ ਲੀਡਰਸ਼ਿਪ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ। ਇਸ ਮੋਰਚੇ ਦੇ ਵਿੱਚ ਤੁਹਾਡੀ ਅਗਵਾਈ 'ਤੇ ਵੀ ਬਹੁਤ ਸਾਰੇ ਸਵਾਲ, ਤੁਹਾਡੇ 'ਤੇ ਵੀ ਪਰਸਨਲੀ ਬੜਾ ਕੁਛ ਤੁਹਾਡੇ 'ਤੇ ਐਲੀਗੇਸ਼ਨ ਵੀ ਲੱਗਦਾ ਰਿਹਾ। ਇਹ ਤਾਂ ਲੱਗਦੇ ਹੁੰਦੇ ਨੇ। ਕੁਛ ਲੋਕਾਂ ਦਾ ਕੰਮ ਹੁੰਦਾ ਐਲੀਗੇਸ਼ਨ ਲਾਉਣਾ, ਉਹ ਲਾਈ ਜਾਂਦੇ ਹੁੰਦੇ ਨੇ। ਦੇਖੋ, ਜਦੋਂ ਤੁਸੀਂ ਠੀਕ ਹੋ ਨਾ, ਆਪਣੀ ਆਤਮਾ ਨੂੰ ਪੁੱਛੋ ਵੀ ਮੈਂ ਕਿੰਨਾ ਕੁ ਠੀਕ ਹਾਂ। ਜੇ ਆਤਮਾ ਤੁਹਾਨੂੰ ਬਰੀ ਕਰਦੀ ਹੈ, ਫਿਰ ਡੋਂਟ ਵਰੀ, ਫਿਰ ਗੋ ਅਹੈਡ, ਫਿਰ ਅੱਗੇ ਵਧੋ। ਫਿਰ ਕੋਈ ਕੁੱਤੇ ਭੌਂਕਦੇ ਹੁੰਦੇ ਨੇ, ਹਾਥੀ ਤੁਰੇ ਜਾਂਦੇ ਹੁੰਦੇ ਨੇ। ਫਿਰ ਤਾਂ ਇਹੀ ਫਾਰਮੂਲਾ ਅਪਣਾਉਣਾ। ਗਾਲਾਂ ਕੱਢਣ ਵਾਲਿਆਂ ਨੇ ਗਾਲਾਂ ਹੀ ਕੱਢਣੀ ਹੁੰਦੀਆਂ। ਉਹਨਾਂ ਨੂੰ ਕੁਦਰਤ ਵਾਲੇ ਨੇ ਉਹਨਾਂ ਦੇ ਮੂੰਹ 'ਚ ਗੰਦ ਹੀ ਪਾਇਆ ਹੁੰਦਾ। ਉਹ ਗੰਦ 'ਚੋਂ ਤੁਸੀਂ ਖੁਸ਼ਬੂ ਭਾਲੋ, ਇਹ ਸੰਭਵ ਨਹੀਂ। ਇਸ ਕਰਕੇ ਉਹਨਾਂ ਦਾ ਗੁੱਸਾ ਕਰਕੇ ਆਪਣੀ ਐਨਰਜੀ ਵੇਸਟ ਨਹੀਂ ਕੀਤੀ ਜਾਂਦੀ। ਉਹਨਾਂ ਨੇ ਕੱਢ ਲਈਆਂ, ਉਹਨਾਂ ਨੂੰ ਜਾਣੇ, ਉਹ ਖੁਸ਼ ਹੋਣ, ਅਤੇ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ। ਤਾਂ ਹੁਣ ਇਸ ਜਿੱਤ ਤੋਂ ਬਾਅਦ ਰਾਜੇਵਾਲ ਸਾਹਿਬ ਕੀ ਪੰਜਾਬ ਦੀ ਸਿਆਸਤ 'ਚ ਸਰਗਰਮ ਹੋਣਗੇ? ਨਹੀਂ, ਮੈਂ ਤਾਂ ਹਾਲੇ ਇੱਦਾਂ ਦਾ ਸੋਚਿਆ ਨਹੀਂ ਹੈ। ਹਾਲੇ ਤਾਂ ਮੋਰਚੇ 'ਤੇ ਅਤੇ ਹਾਲੇ ਵੀ ਮੋਰਚੇ 'ਤੇ ਧਿਆਨ ਕੇਂਦਰਿਤ ਹੈ। ਜਦ ਤੱਕ ਪੂਰਾ ਸਭ ਕੁਝ ਨਹੀਂ ਹੋ ਜਾਂਦਾ, ਉਦੋਂ ਤੱਕ ਕੁਛ ਨਹੀਂ ਕਿਹਾ ਜਾ ਸਕਦਾ। ਮੋਰਚੇ ਤੋਂ ਬਾਅਦ ਸੋਚਿਆ ਜਾ ਸਕਦਾ? ਮੋਰਚੇ ਤੋਂ ਬਾਅਦ ਤਾਂ ਸਾਰੇ ਬੈਠ ਕੇ ਸੋਚਣਗੇ, ਜੋ ਸੋਚਣਗੇ ਫੈਸਲਾ ਕਰਨਗੇ। ਸਾਰੀ ਪਹਿਲਾਂ ਵੀ ਤੁਹਾਡਾ ਨਾਮ ਜਿਹੜਾ ਚੱਲਿਆ ਕਿ ਆਮ ਆਦਮੀ ਪਾਰਟੀ ਵੱਲੋਂ CM ਦਾ ਚਿਹਰਾ ਰਾਜੇਵਾਲ ਸਾਹਿਬ ਹੋਣਗੇ, ਕੀ ਆਮ ਆਦਮੀ ਪਾਰਟੀ 'ਚ ਵੀ ਜਾ ਸਕਦੇ? ਨਹੀਂ, ਉਹਨਾਂ ਦੀ ਉਹ ਜਾਣ। ਮੇਰਾ ਤਾਂ ਕੋਈ ਹੱਲ ਮਿਲਦਾ ਨਾ, ਕੋਈ ਤਾਲਮੇਲ ਨਾ, ਮੈਨੂੰ ਕਿਸੇ ਨੇ ਕੁਛ ਕਿਹਾ। ਜੋ ਇਹ ਅਫਵਾਹ ਉੱਡੀ ਸੀ, ਫਿਰ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਸੀ ਜਾਂ ਵੈਸੇ ਹੀ ਅਫਵਾਹ? ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ। ਇਹ ਤਾਂ ਲੋਕਾਂ 'ਚ ਅਫਵਾਹ ਨੇ, ਪਤਾ ਨਹੀਂ ਕੌਣ ਫੈਲਾਉਂਦਾ। ਮੇਰੇ ਹਮਾਇਤੀ ਨੇ ਕਿ ਮੇਰੇ ਵਿਰੋਧੀ ਨੇ? ਮੈਨੂੰ ਤਾਂ ਲੱਗਦਾ ਮੇਰੇ ਵਿਰੋਧੀ ਨੇ ਜਿਹੜੇ ਇੱਦਾਂ ਦੇ ਸ਼ੋਸ਼ੇ ਚੜ੍ਹਦੇ ਨੇ ਤਾਂ ਕਿ ਮੈਨੂੰ ਭੱਬਲ ਭੂਸੇ 'ਚ ਪਾਇਆ ਜਾ ਸਕੇ, ਲੋਕਾਂ ਤੋਂ ਦੂਰ ਕੀਤਾ ਜਾ ਸਕੇ। ਬਹੁਤ ਸਾਰੇ ਪੰਜਾਬ ਦੇ ਜਿਹੜੇ ਮਸਲੇ ਨੇ ਜੀ, ਜਿਉਂਦੇ ਤਿਉਂ ਨੇ। ਲੋਕ ਐਲਾਨ ਕਰ ਰਹੇ ਨੇ, ਪਾਰਟੀਆਂ ਵਾਲੇ ਸਿਆਸੀ ਲੀਡਰ ਗੱਲਾਂ ਤਾਂ ਕਰ ਰਹੇ ਨੇ, ਪਰ ਮਸਲੇ ਨਹੀਂ ਹੱਲ ਹੋ ਰਹੇ। ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈਗਾ ਕਿ ਹੁਣ ਕਿਸਾਨਾਂ ਨੂੰ ਵੀ ਆਪਣੀ ਪਾਰਟੀ ਬਣਾ ਲੈਣੀ ਚਾਹੀਦੀ ਜਿੱਤ ਤੋਂ ਬਾਅਦ। ਤਾਂ ਜੇਕਰ ਲੋਕ ਚਾਹਣਗੇ ਤਾਂ ਤੁਸੀਂ ਸਿਆਸੀ ਪਾਰਟੀ ਕਿਉਂ ਬਣਾਓਗੇ? ਦੇਖੋ, ਮੈਂ ਨਹੀਂ ਅੱਜ ਇਹਦੇ 'ਤੇ ਕੁਝ ਕਹਿ ਸਕਦਾ। ਹਾਂ, ਇੱਕ ਜ਼ਰੂਰ ਹੈਗੀ ਆ ਗੱਲ, ਬਈ ਜੇ ਇਮਾਨਦਾਰੀ ਨਾਲ ਕਿਸੇ ਮਸਲੇ ਨੂੰ ਹੱਲ ਕਰਨ ਤੁਰ ਪਓ ਤਾਂ ਹੱਲ ਨਿਕਲ ਆਉਂਦਾ। ਪੋਲੀਟੀਕਲ ਪਾਰਟੀਆਂ ਜਦੋਂ ਵੀ ਕੋਈ ਮਸਲਾ ਚਾਹੁੰਦੀਆਂ ਨੇ, ਉਹ ਬਦਕਿਸਮਤੀ ਉਹ ਇਮਾਨਦਾਰ ਨਹੀਂ ਹੁੰਦੀਆਂ ਉਹਦੇ 'ਤੇ, ਔਰ ਨਾ ਇਮਾਨਦਾਰੀ ਨਾਲ ਪਹਿਰਾ ਦਿੰਦੀਆਂ। ਇਸ ਕਰਕੇ ਵਿਚਾਲੇ ਰਹਿ ਜਾਂਦਾ। ਹੁਣ ਤੇ ਲਮਕਦੇ ਆਏ ਨੇ ਮਸਲੇ,
ਕਿਉਂਕਿ ਪੋਲੀਟੀਕਲ ਪਾਰਟੀ ਜਿਹੜੀ ਇਹ ਲੀਡਰਸ਼ਿਪ ਹੈ ਜਿਹੜੀ ਸਾਡੀ ਇਸ ਵੇਲੇ ਟ੍ਰੈਡੀਸ਼ਨਲ ਲੀਡਰਸ਼ਿਪ, ਉਹਦੇ ਮਨ ਵਿੱਚ ਕੁਝ ਹੋਰ ਹੈ। ਉਹ ਆਉਂਦੇ ਨੇ ਪੈਸੇ ਕਮਾਉਣ, ਉਹ ਸੇਵਾ ਕਰਨ ਨਹੀਂ ਆਉਂਦੇ। ਜਿਹੜਾ ਵੀ ਆਉਂਦਾ ਕਰੋੜਾਂ ਰੁਪਈਆ ਇਨਵੈਸਟ ਕਰਦਾ, ਇਨਵੈਸਟਮੈਂਟ ਕਰਕੇ ਫਿਰ ਉਹ ਤੋਂ ਬਾਅਦ ਉਹ ਪਾਲਦਾ ਵੀ ਮੈਂ ਹੁਣੇ ਬਣਾਵਾਂ। ਤਾਂ ਇਸ ਤਰ੍ਹਾਂ ਸੇਵਾ ਨਹੀਂ ਹੋ ਸਕਦੀ ਜੀ। ਬਾਪੂ ਜੀ, ਇਸ ਮੋਰਚੇ ਦੀ ਜੇਕਰ ਗੱਲ ਕਰੀਏ ਤਾਂ ਜਿਹੜੇ ਲੋਕਾਂ ਨੇ ਇੰਨੇ ਲੰਬੇ ਸਮੇਂ ਤੋਂ ਇੱਥੇ ਬੈਠੇ ਰਹੇ ਨੇ, ਜਿਨ੍ਹਾਂ ਨੇ ਤੰਬੂਆਂ ਦੇ ਵਿੱਚ ਤੰਬੂ ਵੀ ਪੱਟੇ ਜਾਂਦੇ ਸੀ, ਕਦੇ ਅੱਗ ਲੱਗ ਜਾਂਦੀ ਸੀ, ਕਦੇ ਬਿਜਲੀ ਬੰਦ ਹੋ ਜਾਂਦੀ ਸੀ, ਬੜਾ ਤੰਗੀਆਂ ਦੇਖੀਆਂ ਸੀ। ਗਰਾਊਂਡ 'ਤੇ ਦੇਖਿਆ ਕਿ ਬੜਾ ਇੰਨੀਆਂ ਤੰਗੀਆਂ ਹੋਣ ਦੇ ਬਾਵਜੂਦ ਵੀ ਲੋਕ ਜਿਹੜੇ ਬੈਠੇ ਰਹੇ, ਲੋਕ ਡਟੇ ਰਹੇ। ਉਹਨਾਂ ਲੋਕਾਂ ਬਾਰੇ ਕੀ ਕਹੋਗੇ? ਉਹਨਾਂ ਦਾ ਸਿਰੜ, ਉਹਨਾਂ ਦੀ ਕਮਿਟਮੈਂਟ ਕੌਜ਼ ਦੇ ਨਾਲ ਉਹ ਰੰਗ ਲਿਆਈ ਹੈ। ਅਸਲ ਵਿੱਚ ਲੋਕ ਜਿੱਤੇ ਨੇ, ਲੀਡਰਸ਼ਿਪ ਨਹੀਂ। ਲੀਡਰਸ਼ਿਪ ਦਾ ਕੀ ਹੈ? ਲੀਡਰਸ਼ਿਪ ਤਾਂ ਕਿਸੇ ਤਰ੍ਹਾਂ ਕੁਝ ਕਹਿ ਸਕਦੀ ਹੈ, ਪਰ ਅਸਲੀ ਜਿੱਤ ਲੋਕਾਂ ਦੀ ਹੋਈ ਹੈ, ਜਿਹੜੇ ਇੱਥੇ ਸਿਰੜ ਨਾਲ ਬੈਠੇ ਰਹੇ, ਜਿਨ੍ਹਾਂ ਨੇ ਠੰਡ 'ਚ ਵੀ ਇੱਥੇ ਠੰਡ ਨੂੰ ਆਪਣੇ ਪਿੰਡੇ 'ਤੇ ਹੰਢਾਇਆ, ਪੂਰੀ ਅੱਗ ਵਰਗੀ ਗਰਮੀ 'ਚ ਵੀ ਬੈਠੇ ਅਤੇ ਬਰਸਾਤ 'ਚ ਵੀ ਇੱਥੇ ਬੈਠੇ। ਇਹ ਤਾਂ ਉਹਨਾਂ ਲੋਕਾਂ ਦੇ ਸਿਰਸੇਰਾ ਜਾਂਦਾ ਹੈ। ਤਾਂ ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਕਿ ਲੋਕਾਂ ਦੀ ਜਿੱਤ ਹੋਈ ਹੈ, ਪਰ ਕੁਝ ਲੀਡਰਾਂ ਦਾ ਇੱਕ ਬਿਆਨ ਵੀ ਆਇਆ ਸੀਗਾ ਕਿ ਸਾਨੂੰ ਮੀਟਿੰਗ ਕਰਨੀ ਚਾਹੀਦੀ ਸੀਗੀ ਪ੍ਰਧਾਨ ਮੰਤਰੀ ਜੀ ਨੂੰ, ਫਿਰ ਇਹ ਫੈਸਲਾ ਕਰਨਾ ਚਾਹੀਦਾ ਸੀ। ਤਾਂ ਉਹਨਾਂ ਬਾਰੇ ਕੀ ਕਹਿਣੋਗੇ? ਕਿਤੇ ਨਾ ਕਿਤੇ ਕ੍ਰੈਡਿਟ ਲੈਣ ਦੀ ਤਾਂ ਨਹੀਂ ਗੱਲ ਹੈਗੀ? ਨਹੀਂ, ਕ੍ਰੈਡਿਟ ਦਾ ਨਹੀਂ। ਇਹਦੇ ਨਾਲ ਇੱਕ ਇਖਲਾਕੀ ਤੌਰ 'ਤੇ ਜ਼ਿੰਮੇਵਾਰੀ ਹੁੰਦੀ ਹੈ। ਜਿਹੜੇ ਲੋਕਾਂ ਦੇ ਚੁਣੇ ਨੁਮਾਇੰਦੇ ਨੇ, ਆ ਸਰਕਾਰਾਂ ਨੇ, ਲੋਕਾਂ ਦਾ ਅਧਿਕਾਰ ਹੈ ਪੀਸਫੁਲ ਐਜੀਟੇਸ਼ਨ ਕਰਨਾ, ਅਤੇ ਸਰਕਾਰ ਦੀ ਮੁੱਢਲੀ ਡਿਊਟੀ ਹੁੰਦੀ ਹੈ ਉਹਨਾਂ ਦੇ ਜਿਹੜੇ ਗਿਲੇ ਸ਼ਿਕਵੇ ਨੇ, ਉਹਨਾਂ ਦੀਆਂ ਜਿਹੜੀਆਂ ਮੰਗਾਂ ਹੈ, ਉਹਨਾਂ ਨੂੰ ਬੁਲਾ ਕੇ ਪੁੱਛ ਕੇ ਉਹਦਾ ਕੋਈ ਹੱਲ ਲੱਭੇ। ਅਤੇ ਇਸ ਸਰਕਾਰ ਨੇ ਸਭ ਤੋਂ ਮਾੜਾ ਕੰਮ ਇਹ ਕੀਤਾ ਵੀ 1 ਸਾਲ ਉਹਨਾਂ ਨੇ ਪਰਵਾਹ ਨਹੀਂ ਕੀਤੀ ਲੋਕਾਂ ਦੀ। ਅਖੀਰ ਲੋਕਾਂ ਦੀ ਜਿੱਤ ਹੋਈ। ਜੀ ਬਾਪੂ ਜੀ, ਕੀ ਪ੍ਰਭਾਵ ਮੰਨਦੇ ਹੋ ਤੁਸੀਂ? ਕਿਉਂਕਿ ਪਹਿਲਾਂ ਜਦੋਂ PM ਸਾਹਿਬ ਬੋਲਦੇ ਸੀ, ਆਪਣੇ ਜ਼ਿਕਰ ਹੀ ਨਹੀਂ ਸੀ ਕਰਦੇ ਇਸ ਅੰਦੋਲਨ ਦਾ, ਨਾ ਕੋਈ ਕਿਸਾਨਾਂ ਦਾ ਜ਼ਿਕਰ ਕਰਦੇ ਸੀਗੇ, ਪਰ ਇੱਕਦਮ ਆ ਕੇ ਤਿੰਨੇ ਅਪੀਲ ਕਰਨ ਦੀ ਉਹ ਗੱਲ ਕਹਿੰਦੇ ਆ। ਪਹਿਲਾਂ ਬਹੁਤ ਵਾਰੀ ਸੋਧਾਂ ਦੀ ਤੁਹਾਨੂੰ ਪ੍ਰਸਤਾਵ ਰੱਖ ਚੁੱਕੇ ਸੀਗੇ ਕਿ ਸੋਧਾਂ ਕਰਵਾ ਲਓ, ਪਰ ਤੁਸੀਂ ਕਿਹਾ ਸੀ ਕਿ ਨਹੀਂ, ਅਸੀਂ ਤਿੰਨੇ ਹੀ ਰੱਦ ਕਰਵਾਉਣੇ ਆ। ਕੀ ਪ੍ਰਭਾਵ ਮੰਨਦੇ ਹੋ? ਐਜੀਟੇਸ਼ਨ ਦਾ ਪ੍ਰਭਾਵ ਸੀ, ਜਾਂ ਕੋਈ ਹੋਰ ਵੀ ਤੁਹਾਨੂੰ ਕੋਈ ਕਾਰਨ ਲੱਗਦੇ ਆ? ਜਿਵੇਂ ਸੰਸਦ ਘੇਰਨ ਦਾ ਤੁਸੀਂ ਪ੍ਰੋਗਰਾਮ ਦਿੱਤਾ ਸੀ, ਉਹਦਾ ਵੀ ਪ੍ਰਭਾਵ ਹੋ ਸਕਦਾ, ਕਿਉਂਕਿ ਇੰਟਰਨੈਸ਼ਨਲ ਲੈਵਲ 'ਤੇ ਗੱਲ ਉਹ ਵੀ ਜਾਣੀ ਸੀ। ਇਲੈਕਸ਼ਨਾਂ ਵੀ ਨੇੜੇ ਸੀਗੀਆਂ 5 ਚੋਣਾਂ ਦੀਆਂ, 5 ਸਟੇਟਾਂ ਦੀਆਂ ਜਿਹੜੀਆਂ ਇਲੈਕਸ਼ਨਾਂ ਸੀ ਉਹ ਵੀ ਨੇੜੇ ਸੀ। ਤੁਸੀਂ ਸਭ ਤੋਂ ਵੱਡਾ ਪ੍ਰਭਾਵ ਕੀ ਮੰਨਦੇ ਹੋ ਜਿਹਦੇ ਵਿੱਚ ਆ ਕੇ ਪ੍ਰਧਾਨ ਮੰਤਰੀ ਨੂੰ ਰੱਦ ਕਰਨੇ ਪਏ ਕਾਨੂੰਨ? ਦੇਖੋ, ਇੱਕ ਗੱਲ ਤਾਂ ਪ੍ਰਧਾਨ ਮੰਤਰੀ ਨੂੰ ਸਮਝ ਆ ਗਈ ਵੀ ਜਿੱਥੇ ਬਾਹਰਲੇ ਦੇਸ਼ਾਂ ਵਿੱਚ ਜਾਂਦਾ ਸੀ ਉੱਥੇ ਸਾਡਾ ਭਾਈਚਾਰਾ ਉਹਦਾ ਵਿਰੋਧ ਕਰਦਾ ਸੀ, ਜਿੱਥੇ ਇੱਥੇ ਜਾਂਦੇ ਸੀ ਉੱਥੇ ਵਿਰੋਧ ਹੁੰਦਾ ਸੀ। ਉਹਨੂੰ ਇਹ ਸਮਝ ਪੈ ਗਈ ਵੀ ਲੋਕ ਮੇਰੇ ਖਿਲਾਫ ਨੇ। ਇੱਕ ਤਾਂ ਇਹ। ਦੂਸਰੀ ਗੱਲ, ਮੈਂ ਸਮਝਦਾ ਜਿਹੜਾ ਬਹੁਤ ਜ਼ਿਆਦਾ ਸਖਤ ਸੁਭਾਅ ਦਾ ਨਾ ਹੋਵੇ, ਜਾਂ ਕੋਈ ਵੀ ਜਿਹੜੀ ਚੀਜ਼ ਬਹੁਤ ਜ਼ਿਆਦਾ ਸਖਤ ਹੈ, ਉਹ ਲਿਫਦੀ ਨਹੀਂ ਹੁੰਦੀ, ਝੁਕਦੀ ਨਹੀਂ ਹੁੰਦੀ, ਉਹ ਟੁੱਟਦੀ ਹੁੰਦੀ ਹੈ। ਅਤੇ ਮੈਨੂੰ ਪਹਿਲੇ ਦਿਨ ਤੋਂ ਪਤਾ ਸੀ ਵੀ ਇਹ ਪ੍ਰਧਾਨ ਮੰਤਰੀ ਕਹਿੰਦੇ ਨੇ ਮੋਦੀ ਹੈ ਤਾਂ ਮੁਮਕਿਨ ਹੈ ਵੀ ਇਹ ਤਾਂ ਪਿੱਛੇ ਮੁੜਦਾ ਹੀ ਨਹੀਂ। ਮੈਨੂੰ ਪਤਾ ਸੀਗਾ ਵੀ ਜਿੱਦਣ ਟੁੱਟੂ ਇਹ ਇੱਕਦਮ ਤੜਕ ਟੁੱਟੂ। ਉਹੀ ਗੱਲ ਹੋਈ, ਤੜਕ ਟੁੱਟਿਆ। ਜੀ ਰਾਜਲਾ ਸਾਹਿਬ, ਇਸ ਜਿੱਤ ਦਾ ਪੰਜਾਬ ਦੇ ਕੀ ਪ੍ਰਭਾਵ ਦੇਖਦੇ ਹੋ? ਪੰਜਾਬ ਨੂੰ ਐਨਰਜੀ ਮਿਲੂਗੀ, ਇੱਕ ਵੱਖਰੇ ਤਰ੍ਹਾਂ ਦੀ ਪੋਜ਼ੀਟਿਵਿਟੀ ਮਿਲੂਗੀ, ਸਮਾਜਿਕ, ਆਰਥਿਕ ਅਤੇ ਧਾਰਮਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਕੀ ਪ੍ਰਭਾਵ ਦੇਖਦੇ ਹੋ ਪੰਜਾਬ 'ਤੇ? ਦੇਖੋ, ਇਸ ਅੰਦੋਲਨ ਨੇ ਲੋਕਾਂ ਵਿੱਚ ਜਿੱਥੇ ਬਹੁਤ ਵੱਡੀ ਪੱਧਰ 'ਤੇ ਅਵੇਅਰਨੈਸ ਲਿਆਂਦੀ ਹੈ, ਜਾਗਰੂਕਤਾ ਲਿਆਂਦੀ ਹੈ, ਉੱਥੇ ਲੋਕਾਂ ਦਾ ਹੌਸਲਾ ਵਧਿਆ ਭਈ ਸ਼ਾਂਤਮਈ ਅੰਦੋਲਨ ਨਾਲ ਸਰਕਾਰ ਨੂੰ ਝੁਕਾਇਆ ਜਾ ਸਕਦਾ ਹੈ। ਇਹ ਉਹਨਾਂ ਦਾ ਵਿਸ਼ਵਾਸ ਇਹਦੇ 'ਚ ਹੋਰ ਪੱਕਾ ਹੋਇਆ। ਔਰ ਇਹਨੇ ਜਿਹੜੀ ਸ਼ਾਂਤਮਈ ਅੰਦੋਲਨਾਂ ਦੀ ਪਰੰਪਰਾ ਸੀ, ਜਿਹੜੇ ਲੋਕ ਟੁੱਟ ਗਏ ਸੀ, ਲੋਕ ਬੇਹੌਸਲਾ ਹੋ ਗਏ ਸੀ ਵੀ ਅੰਦੋਲਨਾਂ ਨਾਲ ਕੁਝ ਨਹੀਂ ਹੁੰਦਾ, ਉਹਨਾਂ ਦਾ ਵਿਸ਼ਵਾਸ ਫਿਰ ਪੱਕਾ ਹੋਇਆ। ਔਰ ਇਹ ਸਾਰੇ ਨੌਜਵਾਨ ਵੀ ਕਹਿੰਦੇ ਸੀ ਕੋਈ ਤਿੱਖਾ ਪ੍ਰੋਗਰਾਮ ਨਹੀਂ ਦੇ ਰਹੇ, ਇਹ ਉਹੀ ਪੁਰਾਣੀਆਂ ਗੱਲਾਂ ਕਰ ਰਹੇ ਆ, ਇਹ ਉਹੀ DC ਦਫ਼ਤਰ ਘੇਰਨ ਵਾਲੀਆਂ ਗੱਲਾਂ ਕਰ ਰਹੇ ਆ। ਅਤੇ ਅੱਜ ਜਿੱਤ ਜਦੋਂ ਮਿਲੀ ਆ, ਉਹ ਬੱਚੇ ਨੇ ਗਰਮਜੋਸ਼ੀ, ਉਹਨਾਂ ਦੇ ਗਰਮ ਖੂਨ ਹੈ, ਅਤੇ ਉਹਨਾਂ ਦਾ ਆਪਣਾ ਸੋਚਣ ਦਾ ਢੰਗ ਸੀ। ਸਾਡੀ ਡਿਊਟੀ ਸੀ ਵੀ ਅਸੀਂ ਉਹਨਾਂ ਨੂੰ ਸਮਝਾ ਬੁਝਾ ਕੇ ਰੱਖੀਏ, ਔਰ ਅਸੀਂ ਉਹਦੇ 'ਚ ਸਫਲ ਹੋਏ ਹਾਂ। ਇਸੇ ਦਾ ਨਤੀਜਾ ਵੀ ਅੰਦੋਲਨ ਸ਼ਾਂਤਮਈ ਰਹਿ ਸਕਿਆ। ਜੀ, ਕਿੰਨਾ ਕੁ ਔਖਾ ਲੱਗਿਆ ਜੀ ਅਗਵਾਈ ਕਰਨੀ? ਕਿਉਂਕਿ ਬੜਾ ਕੁਛ ਦੇਖਣਾ ਪੈਂਦਾ, ਬੜਾ ਕੁਛ ਸੁਣਨਾ ਪੈਂਦਾ। ਨੌਜਵਾਨਾਂ ਦੀਆਂ ਅਲੱਗ ਮੰਗਾਂ ਸੀ, ਤਾਂ ਉਹ ਕਹਿੰਦੇ ਸੀ ਕਿ ਕੋਈ ਤਿੱਖਾ ਪ੍ਰੋਗਰਾਮ ਨਹੀਂ ਦਿੰਦੇ, ਫਿਰ ਵੀ ਇੰਨੀ ਵੱਡੇ ਅੰਦੋਲਨ ਦੀ ਤੁਸੀਂ ਅਗਵਾਈ ਕਰੀ। ਕਿੰਨਾ ਕੁ ਔਖਾ ਲੱਗਿਆ ਜੀ ਇਸ ਅੰਦੋਲਨ ਦੇ ਵਿੱਚ? ਸੁਣਨਾ ਹੀ ਹੁੰਦਾ, ਬਹੁਤ ਕੁਝ ਸੁਣਨਾ ਪੈਂਦਾ, ਵੱਡਾ ਜਿਗਰਾ ਕਰਕੇ ਬਰਦਾਸ਼ਤ ਵੀ ਕਰਨਾ ਪੈਂਦਾ ਹੈ, ਅਤੇ ਗਾਲਾਂ ਵੀ ਖਾਧੀਆਂ, ਬਹੁਤ ਬੁਰਾ ਭਲਾ ਵੀ ਕਹਾਇਆ, ਧਮਕੀਆਂ ਵੀ ਸਹੀਆਂ, ਪਰ ਜ਼ਿੰਮੇਵਾਰੀ ਦੇ ਅਹਿਸਾਸ ਨੇ ਇੱਕ ਜਗ੍ਹਾ ਖੜਾ ਕੇ ਰੱਖਿਆ। ਔਰ ਜਿਹੜਾ ਜ਼ਿੰਮੇਵਾਰੀ ਦਾ ਅਹਿਸਾਸ ਸੀ, ਉਹਨੇ ਜਿਹੜਾ ਪੀਸਫੁਲ ਮੋਡ ਆਫ ਐਜੀਟੇਸ਼ਨ, ਉਹਦੀ ਜਿੱਤ ਕਰਾਈ ਹੈ। ਜੀ,
ਤਾਂ ਅਖੀਰ ਦੇ ਇੱਕ ਦੋ ਸਵਾਲ ਨੇ ਜੀ ਮੇਰੇ, ਕੀ ਹੁਣ ਤੁਹਾਨੂੰ ਕਿੰਨੀ ਕੁ ਉਮੀਦ ਲੱਗਦੀ ਹੈ ਕਿ ਪੰਜਾਬ ਨੂੰ ਇਸ ਤੋਂ ਬੜੀ ਇੱਕ એનર્ਜੀ ਮਿਲੂਗੀ, ਬੜਾ ਪੋਜ਼ਿਟਿਵ ਜਿਹੜੀ ਗੱਲ ਮਿਲਣੀ ਹੈਗੀ ਆ ਯੂਥ ਨੂੰ ਸਪੈਸ਼ਲੀ, ਕਿਉਂਕਿ ਬਹੁਤ ਸਾਰੇ ਲੋਕ ਸੋਚ ਰਹੇ ਸੀ ਪਿਛਲੇ ਕਈ ਸਾਲਾਂ ਤੋਂ ਕਿ ਪੰਜਾਬ ਦਾ ਕੁਝ ਨਹੀਂ ਹੋ ਸਕਦਾ, ਯੂਥ ਛੱਡ ਕੇ ਬਾਹਰ ਜਾ ਰਿਹਾ ਸੀਗਾ, ਉਹਨਾਂ ਨੂੰ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਨਹੀਂ ਰਹਿਣਾ, ਅਸੀਂ ਪੰਜਾਬ ਦੇ ਵਿੱਚ ਨਹੀਂ ਕੁਝ ਹੋ ਸਕਦਾ। ਹੁਣ ਉਮੀਦ ਜਾਗੀ ਹੈ ਕਿ ਹੁਣ ਪੰਜਾਬ ਵੀ ਦੁਬਾਰੇ ਪੈਰਾਂ ਸਿਰ ਖੜਾ ਹੋ ਸਕਦਾ। ਪੰਜਾਬ 'ਚ ਬਹੁਤ ਕੁਝ ਹੋ ਸਕਦਾ ਔਰ ਹੋਏਗਾ। ਇਹ ਐਨਰਜੀ ਪੰਜਾਬ ਨੂੰ ਹੋਰ ਮਜ਼ਬੂਤ ਕਰੇਗੀ ਔਰ ਸਭ ਤੋਂ ਵੱਧ ਪੰਜਾਬੀਆਂ ਦਾ ਸਾਰੀ ਦੁਨੀਆ ਵਿੱਚ ਮਾਣ ਵਧਿਆ। ਜਿਹੜੇ ਭਾਰਤ ਵਿੱਚ ਵਸਦੇ ਸਾਊਥ ਦੀਆਂ ਸਟੇਟਾਂ 'ਚ ਜਿਨ੍ਹਾਂ ਨੂੰ ਬਹੁਤ ਸਾਰੀਆਂ ਗਲਤਫਹਿਮੀਆਂ ਫੈਲਾਈਆਂ ਜਾਂਦੀਆਂ ਸੀ, ਪੰਜਾਬੀਆਂ ਬਾਰੇ ਊਲ ਜਲੂਲ ਦੱਸਿਆ ਜਾਂਦਾ ਸੀ, ਉਹ ਸਾਰੇ ਅੱਜ ਅਸ਼ ਕਰਦੇ ਨੇ ਪੰਜਾਬੀਆਂ ਦੇ ਉੱਤੇ ਔਰ ਉਹਨਾਂ ਨੂੰ ਮਾਣ ਸਤਿਕਾਰ ਦਿੰਦੇ ਨੇ। ਇਹ ਬਹੁਤ ਵੱਡੀ ਪ੍ਰਾਪਤੀ ਹੈ ਪੰਜਾਬੀਆਂ ਲਈ। ਦੁਨੀਆ 'ਚ ਜਿੱਥੇ ਵੀ ਪੰਜਾਬੀ ਵਸਦੇ ਨੇ ਉਹਨਾਂ ਨੇ ਸਾਡਾ ਸਾਥ ਦਿੱਤਾ, ਉਹਨਾਂ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ। ਔਰ ਉਹ ਸਾਰਿਆਂ ਦੀ ਜਿੱਤ ਹੋਈ ਹੈ, ਪੰਜਾਬੀਆਂ ਦੀ ਜਿੱਤ ਹੋਈ ਹੈ। ਖਾਸ ਤੌਰ 'ਤੇ ਜਿਹੜੇ ਕੰਮ ਕਰਨ ਵਾਲੇ ਲੋਕ ਨੇ, ਕਾਮੇ ਨੇ, ਉਹਨਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ ਜੀ। ਅਖੀਰ ਦੇ ਵਿੱਚ ਜਿਹੜੇ ਕੁਝ ਲੋਕ ਇਹ ਸੋਚ ਰਹੇ ਆ ਕਿ ਜਦੋਂ ਜਿੱਤ ਮਿਲ ਗਈ ਤਾਂ ਫਿਰ ਐਡੇ ਵੱਡੇ ਕਾਫਲੇ ਪੰਜਾਬ ਤੋਂ ਕਿਉਂ ਸੱਦੇ ਜਾ ਰਹੇ ਆ, ਉਹਦੇ ਬਾਰੇ ਕੀ ਕਹੋਗੇ? ਨਹੀਂ, ਉਹ ਸਾਡੇ 26 ਤਾਰੀਖ ਨੂੰ ਸਾਡੇ ਅੰਦੋਲਨ ਦਾ ਪੂਰਾ ਸਾਲ ਹੋ ਰਿਹਾ, ਸਾਲਗਿਰਾ ਦੇ ਜਸ਼ਨ ਅਸੀਂ ਮਨਾ ਰਹੇ ਹਾਂ। ਔਰ ਉਹ ਵੀ ਕੋਈ ਜਸ਼ਨ ਮਨਾਉਣ ਵਿੱਚ ਹੋਰ ਵਾਧਾ ਹੋ ਗਿਆ ਜਦੋਂ ਪ੍ਰਧਾਨ ਮੰਤਰੀ ਆਪ ਟੁੱਟਿਆ ਔਰ ਉਹਨੇ ਤਿੰਨੇ ਕਾਨੂੰਨਾਂ ਦੀ ਲੜਾਈ ਤੋਂ ਤਾਂ ਅਸੀਂ ਸ਼ੁਰੂ ਹੋਇਆ ਸੀ, ਬਾਕੀ ਮੰਗਾਂ ਤਾਂ ਇੱਥੇ ਆ ਕੇ ਜੁੜੀਆਂ। ਅਸਲੀ ਬੁਨਿਆਦੀ ਲੜਾਈ ਤਾਂ ਜਿਹੜੀ ਸੀ ਉਹ 3 ਕਾਨੂੰਨ ਵਾਪਸ ਕਰਾਉਣ ਦੀ ਸੀ, ਉਹ 3 ਦੇ 3 ਇੱਕੋ ਝਟਕੇ ਵਾਪਸ ਹੋਣ ਦਾ ਐਲਾਨ ਹੋ ਗਿਆ ਅਤੇ ਬਹੁਤ ਵੱਡੀ ਪ੍ਰਾਪਤੀ ਹੈ। ਇਸ ਕਰਕੇ 26 ਨੂੰ ਅਸੀਂ ਉਹਦਾ ਜਿੱਤ ਦਾ ਜਸ਼ਨ ਮਨਾਵਾਂਗੇ ਜੀ। ਤਾਂ ਹੁਣ ਕਿਸਾਨਾਂ ਨੂੰ ਕੀ ਅਪੀਲ ਹੋਊਗੀ ਜੀ? ਕਿਸਾਨ ਖੁਸ਼ੀਆਂ ਵੀ ਮਨਾ ਰਹੇ ਆ ਅਤੇ ਕਿਸਾਨਾਂ ਦੇ ਵਿੱਚ ਥੋੜ੍ਹਾ ਬਹੁਤਾ ਇਹ ਵੀ ਲੱਗ ਰਿਹਾ ਕਿ ਹਜੇ ਪੂਰੀ ਜਿੱਤ ਨਹੀਂ ਮਿਲੀ, ਤਾਂ ਕਿਸਾਨਾਂ ਨੂੰ ਤੁਸੀਂ ਅਪੀਲ ਕੀ ਕਰੋਗੇ ਜੀ ਹੁਣ? ਨਹੀਂ, ਜਿੱਥੇ ਤੱਕ 3 ਕਾਨੂੰਨਾਂ ਦਾ ਸਵਾਲ ਹੈ ਉਹ ਤਾਂ ਜਿੱਤ ਪੂਰੀ ਹੋ ਗਈ, ਇੱਦੋਂ ਵੱਡੀ ਜਿੱਤ ਨਹੀਂ ਹੋ ਸਕਦੀ। ਔਰ ਪ੍ਰਧਾਨ ਮੰਤਰੀ ਨੇ ਖੁਦ ਮਾਫੀ ਵੀ ਮੰਗੀ, ਹਾਲਾਤ ਨੂੰ ਦੇਖ ਕੇ ਉਹਨੂੰ ਮਾਫੀ ਵੀ ਮੰਗਣੀ ਪਈ। ਅਤੇ ਪੰਜਾਬੀਆਂ ਨੂੰ ਖਾਸ ਤੌਰ 'ਤੇ ਬਾਹਰਲੇ ਸਟੇਟਾਂ 'ਚੋਂ ਵੀ ਕਿਸਾਨਾਂ ਨੂੰ ਜਿਨ੍ਹਾਂ ਨੇ ਇੱਥੇ ਇਸ ਅੰਦੋਲਨ ਵਿੱਚ ਆਪਣਾ ਬਣਦਾ ਹਿੱਸਾ ਪਾਇਆ, ਉਹਨਾਂ ਸਾਰਿਆਂ ਨੂੰ ਵਧਾਈ ਔਰ ਉਹਨਾਂ ਸਾਰਿਆਂ ਨੂੰ ਹੋਰ ਤਕੜੇ ਹੋਣਾ ਚਾਹੀਦਾ ਹੈ। ਹਾਲੇ ਲੜਾਈ ਲੰਬੀ ਹੈ, ਹਾਲੇ ਬਹੁਤ ਕੁਝ ਕਰਨਾ ਬਾਕੀ ਹੈ। ਕਿਸਾਨ ਦੀ ਹਾਲਤ ਬਹੁਤੀ ਵਧੀਆ ਨਹੀਂ। ਦੁਨੀਆ ਭਰ ਦਾ ਸਭ ਤੋਂ ਔਖਾ ਕੰਮ ਕਰਕੇ ਕਿਸਾਨ ਅੱਜ ਕਰਜ਼ੇ ਦੇ ਜਾਲ 'ਚ ਫਸਿਆ ਹੋਇਆ ਹੈ। ਉਹਦੇ ਲਈ ਜ਼ਿੰਮੇਵਾਰ ਸਰਕਾਰਾਂ ਨੇ ਅਤੇ ਕਿਸਾਨ ਸਮਝਦਾ ਵੀ ਮੇਰੀ ਕੋਈ ਕਿਸਮਤ ਮਾੜੀ ਹੈ। ਇਹ ਜਿਹੜਾ ਹੈਗਾ ਨਾ ਨੈਰੇਟਿਵ, ਇਹ ਤੋਂ ਬਾਹਰ ਨਿਕਲਣਾ ਪਏਗਾ ਕਿਸਾਨ ਨੂੰ। ਉਹਦੀ ਕਿਸਮਤ ਮਾੜੀ ਨਹੀਂ, ਸਰਕਾਰ ਮਾੜੀ ਹੈ ਜਿਹਨੇ ਸਾਰੇ ਭਾਰ ਆਪਣੀਆਂ ਜ਼ਿੰਮੇਵਾਰੀਆਂ ਕਿਸਾਨ ਸਿਰ ਪਾ ਕੇ ਉਹਦੀਆਂ ਜਿਣਸਾਂ ਦੇ ਭਾਅ ਠੀਕ ਨਹੀਂ ਦਿੰਦੀ, ਉਹਦੇ ਕਰਕੇ ਕਰਜ਼ਾ ਸਿਰ ਚੜ੍ਹਿਆ। ਜੇ ਉਹਨਾਂ ਨੂੰ ਭਾਅ ਠੀਕ ਮਿਲੇ ਤਾਂ ਉਹਨਾਂ ਦੇ ਸਿਰ ਕਰਜ਼ਾ ਨਹੀਂ ਚੜ੍ਹ ਸਕਦਾ, ਫਿਰ ਉਹ ਸੌਖੀ ਜ਼ਿੰਦਗੀ ਬਸਰ ਕਰ ਸਕਦੇ ਨੇ। ਤਕੜੇ ਹੋਣਾ ਚਾਹੀਦਾ ਹੈ, ਹੋਰ ਲੜਾਈ ਲਈ ਤਿਆਰ ਹੋਣਾ ਚਾਹੀਦਾ ਹੈ, ਇਹ ਤੋਂ ਹੋਰ ਪ੍ਰੇਰਿਤ ਹੋ ਕੇ ਸੰਗਠਿਤ ਹੋਣਾ ਚਾਹੀਦਾ, ਇੱਕ ਦੂਜੇ ਪ੍ਰਤੀ ਨਫ਼ਰਤ ਛੱਡ ਕੇ ਇਕੱਠੇ ਹੋਣਾ ਚਾਹੀਦਾ। ਰਾਜੇਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਪ੍ਰਾਈਮ ਏਸ਼ੀਆ ਟੀਵੀ ਨਾਲ ਗੱਲਬਾਤ ਕਰਨ ਲਈ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਵੇਂ ਤੁਸੀਂ ਇਹ ਲੜਾਈ ਜਿੱਤੀ ਹੈ ਅਤੇ ਪੰਜਾਬ ਦੇ ਵੀ ਜਿਹੜੇ ਮਸਲੇ ਆ ਉਹ 'ਤੇ ਵੀ ਤੁਸੀਂ ਇਸੇ ਤਰ੍ਹਾਂ ਹੀ ਏਕਤਾ ਦੇ ਨਾਲ ਪੰਜਾਬ ਦੇ ਮਸਲੇ ਵੀ ਹੱਲ ਕਰਦੇ ਰਹੋਗੇ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਇਹ ਸਨ ਬਲਵੀਰ ਸਿੰਘ ਜੀ ਰਾਜੇਵਾਲ, ਜਿਨ੍ਹਾਂ ਨੇ ਕਿਹਾ ਗਾ ਕਿ 3 ਕਾਨੂੰਨਾਂ ਦੀ ਲੜਾਈ ਸੀ ਜਿਹੜੀ ਉਹ ਤਕਰੀਬਨ ਜਿੱਤ ਲਈ ਹੈਗੀ ਆ, ਅਤੇ ਨਾਲ ਹੁਣ ਜਿਹੜੀ MSP ਦਾ ਅਤੇ ਇੱਕ ਹੋਰ ਜਿਹੜੀਆਂ ਮੰਗਾਂ ਨੇ ਉਹਨਾਂ 'ਤੇ ਵੀ ਜਿਹੜਾ ਹਾਲੇ ਫੈਸਲਾ ਹੋਣਾ ਬਾਕੀ ਆ। ਅਤੇ ਨਾਲ ਇਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਇਸ ਜਿੱਤ ਦਾ ਪੰਜਾਬ 'ਤੇ ਬਹੁਤ ਸਾਰਾ ਪ੍ਰਭਾਵ ਪਊਗਾ, ਪੰਜਾਬ ਨੂੰ ਇੱਕ ਵੱਖਰੀ ਊਰਜਾ ਮਿਲੂਗੀ ਅਤੇ ਜਿਹੜੇ ਪੰਜਾਬ ਦੇ ਮੁੱਦੇ ਨੇ ਉਹ ਜਿਉਂ ਦੇ ਤਿਉਂ ਭਾਵੇਂ ਖੜੇ ਨੇ, ਪਰ ਇਸ ਜਿੱਤ ਦੇ ਨਾਲ ਹੁਣ ਅੱਗੇ ਵੀ ਜਿਹੜੀ ਲੀਡਰਸ਼ਿਪ ਹੈ ਇਸੇ ਤਰ੍ਹਾਂ ਹੀ ਏਕਤਾ ਦੇ ਨਾਲ ਪੰਜਾਬ ਦੇ ਮਸਲੇ ਵੀ ਹੱਲ ਕਰਦੀ ਰਹੂਗੀ। ਪੰਜਾਬ ਦੀ ਕਿਸਾਨੀ ਜਿਹੜੀ ਅੱਜ ਦਿਨੋਂ ਦਿਨ ਨਿਗਰਦੀ ਜਾ ਰਹੀ ਆ, ਉਸ ਕਿਸਾਨੀ ਦੀਆਂ ਵੀ ਇਹਨਾਂ ਨੇ ਕਿਹਾ ਕਿ ਲੜਾਈ ਹਜੇ ਬਹੁਤ ਲੰਬੀ ਆ। ਜਿਹੜੇ ਖੇਤੀ ਦੇ ਮਸਲੇ ਨੇ ਉਹ ਵੀ ਹਜੇ ਰਹਿੰਦੇ ਨੇ, ਉਹਦੀ ਵੀ ਜਿਹੜਾ ਹੌਲੀ ਹੌਲੀ ਉਹਦੀ ਵੀ ਜਿਹੜਾ ਹੱਲ ਕੀਤਾ ਜਾਵੇਗਾ। ਕੈਮਰਾਮੈਨ ਕਰਮਜੀਤ ਦੇ ਨਾਲ ਗਵਿੰਦਰ ਸਿੰਘ ਜੰਗੀਆਣਾ, ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।